लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार। लोग जाने ही गीत है, लोग जाने ही गीत है, लोग जाने ही गीत है। आपे खट दर्शन की बाणी। ਹੁਣ ਮਹਾਰਾਜ ਕਹਿੰਦੇ ਭਾਈ ਅਸੀਂ ਕਹਿ ਦਈਏ ਕਿ ਫਲਾਨਾ ਮਨੁੱਖ ਚੰਗਾ ਹੈ ਮਾੜਾ ਹੈ, ਕਹਿੰਦੇ ਨਹੀਂ, ਕਿਉਂਕਿ ਸਾਰਿਆਂ ਵਿੱਚ ਉਹ ਆਪ ਸਮਾਇਆ ਹੋਇਆ ਹੈ। ਅਸੀਂ ਮੰਦਾ ਕਿਸ ਨੂੰ ਆਖੀਏ ਜਾਂ ਤੁਝ ਬਿਨ ਕੋਈ ਨਾ ਹੈ, ਅਸੀਂ ਕਿਹਨੂੰ ਕਹਿ ਸਕਦੇ ਹਾਂ? ਮੈਂ ਕਹਿੰਦਾ ਉਹ ਆਪ ਹੀ ਸੁਰ ਦੇਵਤਾ, ਚੰਗਾ ਮਨੁੱਖ, ਨਰ ਗਣ ਗੰਧਰਵ, ਦੇਵਤਿਆਂ ਦੇ ਸੇਵਕ, ਦੇਵਤਿਆਂ ਦੇ ਅੱਗੋਂ ਵਜਾਉਣ ਵਾਲੇ ਵਾਜੇ। ਆਪੇ ਖਟ ਦਰਸ਼ਨ ਕੀ ਬਾਣੀ, ਆਪੇ ਸ਼ਿਵ ਸ਼ਾਸਤਰਾਂ ਦੀ ਬਾਣੀ ਜਾਣਨ ਵਾਲਾ ਉਹ ਆਪ ਹੈ। ਆਪੇ ਸ਼ਿਵ ਸ਼ੰਕਰ ਮਹੇਸ਼ਾ, ਆਪੇ ਗੁਰਮੁਖ ਕਥ ਕਹਾਣੀ। ਕਿਉਂਕਿ ਦੇਵਤਿਆਂ ਦੇ ਤਿੰਨੇ ਆਗੂ ਮੰਨੇ ਗਏ ਨੇ, ਸ਼ਿਵ ਸ਼ੰਕਰ ਮਹੇਸ਼, ਇਹ ਤਿੰਨੇ ਕਹਿੰਦੇ ਉਹ ਆਪ ਹੀ ਹੈ। ਜੀਵਨ ਦੇਣ ਵਾਲਾ ਉਹਨਾਂ ਨੂੰ ਆਪ ਹੈ। ਆਪੇ ਗੁਰਮੁਖ, ਆਪੇ ਹੀ ਗੁਰੂ ਵਾਲਾ ਬਣ ਕੇ ਇਸ ਅਕਥ ਦੀ ਕਹਾਣੀ ਨੂੰ ਜਾਣਨ ਵਾਲਾ ਵੀ ਉਹ ਆਪ ਹੀ ਹੈ। ਹਾਂਜੀ। आपे जोगी आपे भोगी, आपे जोगी आपे भोगी, आपे सन्यासी फिरै बिबाणी, आपे सन्यासी फिरै बिबाणी। आपे नाल गोष्ठ आप उपदेसै, आपे नाल गोष्ठ आप उपदेसै। आपे सुगड़ स्वरूप सियाणी, अपना चोज कर वेखै आपे, अपना चोज कर वेखै आपे। आपे सबना जियां का है जानी, आपे सबना जियां का है जानी। आपे जोगी आपे भोगी, आपे सन्यासी फिरै बिबाणी। महाराज कहते तू जोगी अंदर जोगी आ, ਤੂੰ ਭੋਗੀ ਅੰਦਰ ਭੋਗੀ। ਜਿਹੜੇ ਘਰ ਬਾਰ ਛੱਡਿਆ ਜਿਨ੍ਹਾਂ ਨੇ ਉਹਨਾਂ ਵਿੱਚ ਵੀ ਤੂੰ ਵਸਦਾ ਹੈ, ਜਿਹੜੇ ਗ੍ਰਸਤੀ ਨੇ ਉਹਨਾਂ ਵਿੱਚ ਹੀ ਤੂੰ ਵਸਦਾ ਹੈ, ਜਿਹੜੇ ਵੀ ਮੜੀਆਂ ਮਸਾਣਾਂ 'ਚ ਬੈਠੇ ਸੰਨਿਆਸ ਲੈ ਕੇ ਬੈਠੇ ਨੇ ਤੇਰੇ ਦਰਸ਼ਨਾਂ ਦੀ ਖਾਤਰ, ਉਹਨਾਂ ਵਿੱਚ ਵੀ ਤੂੰ ਵਸਦਾ ਹੈ। ਕਿਹੋ ਜੀ ਕਿਸੇ ਦੀ ਬਿਰਤੀ ਬਣਾ ਦਿੰਦਾ, ਇਹ ਕਿਸੇ ਦੇ ਵੱਸ ਨਹੀਂ। ਆਪੈ ਨਾਲ ਗੋਸ਼ਟ ਆਪ ਉਪਦੇਸੈ, ਆਪੇ ਸੁਗੜ ਸਰੂਪ ਸਿਆਣੀ। ਆਪਣੇ ਆਪ ਨਾਲ ਜਦੋਂ ਬੰਦਾ ਗੋਸ਼ਟ ਕਰਦਾ, ਗੱਲਬਾਤ ਕਰਦਾ, ਕਹਿੰਦੇ ਫਿਰ ਤੂੰ ਆਪ ਹੀ ਕਰਦਾ ਅੰਦਰ। ਉਪਦੇਸ਼ ਦਾ ਵੀ ਤੂੰ ਆਪ ਹੀ ਹੈ ਅੰਦਰੋਂ। ਆਪੇ ਸੁਗੜ ਸਰੂਪ ਸਿਆਣੀ, ਚੰਗੇ ਸਰੂਪ ਵਾਲਾ ਸਿਆਣਾ ਬਣਾਉਣ ਵਾਲਾ ਵੀ ਫਿਰ ਤੂੰ ਆਪ ਹੀ ਹੈ। ਤੂੰ ਆਪ ਹੀ ਕਿਰਪਾ ਕਰਦਾ ਹੈ, ਅੰਦਰੋਂ ਗਿਆਨ ਪ੍ਰਗਟ ਹੁੰਦਾ ਬੰਦੇ ਦੇ, ਉਹਨੂੰ ਸੋਝੀ ਆਉਂਦੀ ਹੈ। ਅਗਲਾ ਕਹਿੰਦਾ ਜੀ ਮੈਨੂੰ ਹੁਣ ਸੁਰਤ ਆਈ, ਮੈਨੂੰ ਪਤਾ ਹੀ ਲੱਗਿਆ ਹੁਣ। ਉਹ ਕਦੋਂ ਕਹਿੰਦਾ? ਜਦੋਂ ਗੁਰੂ ਕਿਰਪਾ ਕਰਦਾ, ਜਦੋਂ ਬਖਸ਼ਿਸ਼ ਕਰਦਾ ਹੈ। ਆਪਣਾ ਚੋਜ ਕਰ ਵੇਖੈ ਆਪੇ, ਆਪੇ ਸਭਨਾ ਜੀਆਂ ਕਾ ਹੈ ਜਾਣੀ। ਵੇਖੋ ਇਹ ਜ਼ਿੰਦਗੀ ਦੇ ਚੋਜ ਨੇ, ਰੰਗ ਤਮਾਸ਼ੇ ਨੇ। ਇਹ ਸੰਸਾਰ ਇੱਕ ਬਹੁਤ ਵੱਡਾ ਰੰਗ ਮੰਚ ਹੈ। ਇਸ ਰੰਗ ਮੰਚ ਨੂੰ, ਇਸ ਖੇਡ ਨੂੰ, ਇਸ ਤਮਾਸ਼ੇ ਨੂੰ ਕਰਕੇ ਵੇਖ ਵੀ ਰਿਹਾ ਤੇ ਮਾਲਕ ਨੇ ਸਾਰਿਆਂ ਜੀਵਾਂ ਦੇ ਅੰਦਰ ਅੰਦਰ ਦੀ ਗੱਲ ਨੂੰ ਜਾਣਨ ਵਾਲਾ ਵੀ ਤੂੰ ਆਪ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਮਗਰ ਸਾਰੇ ਹੀ ਜਾਣਦਾ, ਚੰਗਿਆਂ ਦੀ ਵੀ ਮਾੜਿਆਂ ਦੀ ਵੀ। ਅੰਦਰ ਦੀ ਗੱਲ ਤੂੰ ਸਭ ਦੀ ਜਾਣਦਾ ਹੈ, ਕਿਸ ਸਥਿਤੀ 'ਤੇ ਹੈ ਕੋਈ, ਉਹਦੇ ਬਾਰੇ ਤੇਰੇ ਕੋਲੋਂ ਕੋਈ ਲੁਕਾਇਆ ਛੁਪਾਇਆ ਨਹੀਂ ਜਾ ਸਕਦਾ, ਕਿਉਂਕਿ ਤੂੰ ਸਭ ਦੀਆਂ ਜਾਣਦਾ ਹੈ।
ਹਾਂਜੀ। ਸ਼ਲੋਕ ਮਹੱਲਾ ਤੀਜਾ। ਸ਼ਲੋਕ ਮਹੱਲਾ ਤੀਜਾ। ਇਹਾ ਸੰਧਿਆ ਪਰਵਾਣ ਹੈ, ਇਹ ਸੰਧਿਆ ਪਰਵਾਣ ਹੈ। ਜਿਤ ਹਰ ਪ੍ਰਭ ਮੇਰਾ ਚਿਤ ਆਵੈ, ਜਿਤ ਹਰ ਪ੍ਰਭ ਮੇਰਾ ਚਿਤ ਆਵੈ। ਹਰਿ ਸਿਉ ਪ੍ਰੀਤ ਊਪਜੈ, ਹਰਿ ਸਿਉ ਪ੍ਰੀਤ ਉਪਜੈ। ਮਾਇਆ ਮੋਹ ਜਲਾਵੈ, ਤੁਲਾਵੈ। ਗੁਰ ਪ੍ਰਸਾਦੀ ਦੁਬਦਾ ਮਰੈ, ਮਨੁਆ ਅਸਥਿਰ ਸੰਧਿਆ ਕਰੇ ਵਿਚਾਰ। ਮਨੁਆ ਅਸਥਿਰ ਸੰਧਿਆ ਕਰੈ ਵਿਚਾਰ। ਨਾਨਕ ਸੰਧਿਆ ਕਰੈ ਮਨ ਮੁਖੀ ਜਿਉ ਨਾ ਟਿਕੈ, ਮੁਖ ਸੰਧਿਆ ਮਨ ਕੀ ਜਿਉ ਨਾ ਟਿਕੈ। ਮਰ ਜੰਮੈ ਹੋਏ ਖੁਆਰ। ਸ਼ਲੋਕ ਮਹੱਲਾ ਤੀਜਾ। ਇਹਾ ਸੰਧਿਆ ਪ੍ਰਵਾਨ ਹੈ, ਜਿਤ ਹਰ ਪ੍ਰਭ ਮੇਰਾ ਚਿਤ ਆਵੈ। ਕਿਉਂਕਿ ਸੰਧਿਆ ਕਰਨੀ ਸਵੇਰੇ ਸ਼ਾਮ ਦੁਪਹਿਰੇ ਪੂਜਾ ਕਰਨ ਨੂੰ ਸੰਧਿਆ ਕਰਨਾ ਕਹਿੰਦੇ ਨੇ। ਨਿਤਨੇਮ ਕਹਿੰਦੇ ਆਪਣੀ ਭਾਸ਼ਾ 'ਚ ਆਪਾਂ। ਮਗਰ ਨਿੰਦਿਆ ਹੋਏ ਨਿਤਨੇਮ ਕਰਨਾ ਤਾਂ ਹੀ ਪ੍ਰਵਾਨ ਹੈ ਜੇ ਉਹ ਮੇਰਾ ਪ੍ਰਭੂ ਚੇਤੇ ਆ ਜਾਏ। ਉਂਝ ਅਸੀਂ ਪਾਠ ਕਰ ਰਹੇ ਹੁੰਦੇ ਆ ਪਰ ਫਿਰਦੇ ਕਿਤੇ ਹੋਰ ਹੁੰਦੇ ਆ, ਪਤਾ ਨਹੀਂ ਲੱਗਦਾ ਕਿ ਜਪਜੀ ਸਾਹਿਬ ਨਿਕਲ ਗਿਆ। ਅਸੀਂ ਆਨੰਦ ਸਾਹਿਬ ਤੇ ਆਏ ਹੁੰਦੇ ਆ, ਜ਼ਬਾਨ ਨਾਲ ਬੋਲ ਰਹੇ ਹੁੰਦੇ ਆ, ਪਰ ਜਿਹਨੇ ਪੜ੍ਹਨਾ ਜਿਹਨੇ ਸੁਣਨਾ ਸੀ ਉਹ ਕਿਤੇ ਨਿਕਲ ਗਿਆ। ਕਹਿੰਦੇ ਪ੍ਰਵਾਨ ਕਬੂਲ ਉਹੀ ਹੈ ਜਿਹੜੀ ਇੱਕ ਮਨ ਇਕਾਗਰਤਾ ਨਾਲ ਕੀਤਾ ਕੋਈ ਕੰਮ। ਹਰਿ ਸਿਉ ਪ੍ਰੀਤ ਉਪਜੈ, ਮਾਇਆ ਮੋਹ ਜਲਾਵੈ। ਜਦੋਂ ਸੰਧਿਆ ਕਰਨ ਨਾਲ, ਜਦੋਂ ਨਿਤਨੇਮ ਕਰਨ ਨਾਲ ਸਾਡੀ ਪ੍ਰੀਤ ਉਸ ਮਾਰਗ ਨਾਲ ਪੈਦਾ ਹੋ ਜਾਏ, ਅੰਦਰੋਂ ਮੋਹ ਖਤਮ ਹੁੰਦਾ ਜਾਏ, ਫਿਰ ਸਾਡੀ ਸੰਧਿਆ ਕੀਤੀ, ਸਾਡੀ ਪੂਜਾ ਕੀਤੀ, ਸਾਡਾ ਪਾਠ ਕੀਤਾ ਕਬੂਲ ਹੈ। ਗੁਰ ਪ੍ਰਸਾਦੀ ਦੁਬਦਾ ਮਰੈ, ਮਨੁਆ ਅਸਥਿਰ ਸੰਧਿਆ ਕਰੇ ਵਿਚਾਰ। ਅਗਲੀ ਗੱਲ ਕੀਤੀ ਕਹਿੰਦੇ ਮਹਾਰਾਜ ਨੇ, ਕਹਿੰਦੇ ਗੁਰੂ ਦੀ ਕਿਰਪਾ ਨਾਲ ਜੇ ਅੰਦਰੋਂ ਦੋ ਚਿੱਤੀ ਖਤਮ ਹੋ ਜਾਏ, ਮਨ ਸਥਿਰ ਹੋ ਜਾਏ, ਜੋ ਅਸੀਂ ਪੜ੍ਹਦੇ ਪਏ ਆ ਉਹ 'ਤੇ ਵਿਚਾਰ ਵੀ ਕਰਦੇ ਹੋਈਏ, ਨਾਲ ਜੋ ਜੋ ਪੜ੍ਹਦੇ ਜਾ ਰਹੇ ਆ ਨਾ ਉਹਦੇ ਨਾਲ ਅੰਦਰ ਵਿਚਾਰ ਵੀ ਚੱਲਦੀ ਹੋਵੇ, ਤਾਂ ਜੇ ਦੋ ਚਿੱਤੀ 'ਚ ਹੈ ਫਿਰ ਨਹੀਂ। ਨਿਤਨੇਮ ਕਰਕੇ ਮੁੜ ਕੇ ਫਿਰ ਡੋਲੂ ਚੱਕਿਆ ਕਿਸੇ ਹੋਰ ਪਾਸੇ ਨੂੰ, ਨਿਤਨੇਮ ਕਰਕੇ ਮੁੜ ਕੇ ਮੜੀਆਂ ਦੇ ਦੀਵੇ ਫੇਰ ਲਾਉਂਦੇ ਫਿਰਦੇ ਆ ਵੀਰਵਾਰ ਨੂੰ, ਫਿਰ ਕੋਈ ਫਾਇਦਾ ਨਹੀਂ। ਕਹਿੰਦੇ ਕੋਈ ਫਾਇਦਾ ਨਹੀਂ, ਅੰਦਰ ਦੁਬਦਾ ਹੈ, ਦੋ ਚਿੱਤੀ ਅਜੇ ਹੈ। ਨਾਨਕ ਸੰਧਿਆ ਕਰੈ ਮਨਮੁਖੀ ਜਿਉ ਨਾ ਟਿਕੈ। ਮੈਂ ਕਹਿੰਦੇ ਨਾਨਕ ਸੰਧਿਆ ਕਰੈ ਮਨਮੁਖੀ ਜਿਉ ਨਾ ਟਿਕੈ। ਮਨਮੁਖੀ ਲੋਕ ਨੇ ਜਿਹੜੇ ਪੂਜਾ ਤੇ ਕਰਦੇ ਨੇ ਪਰ ਮਨ ਨਹੀਂ ਟਿਕਦਾ ਪਿਆ, ਅੰਦਰੋਂ ਜੀਵ ਵਾਲਾ ਖੜਦਾ ਨਹੀਂ ਮਨ ਕਿਤੇ। ਮਰ ਜੰਮੈ ਹੋਏ ਖੁਆਰ। ਮਾਰੇ ਕਹਿੰਦੇ ਫਿਰ ਉਹਨਾਂ ਦਾ ਤਾਂ ਹਾਲ ਇਹ ਹੈ, ਜੰਮਦੇ ਨੇ ਮਰਦੇ ਨੇ, ਉਹਨਾਂ ਪਰਲੇ ਫਿਰ ਖੱਜਲ ਖੁਆਰੀ ਪੈਂਦੀ ਹੈ। ਕਿਉਂਕਿ ਦੁਬਦਾ ਮੈਂ ਦੋਨੋਂ ਗਏ, ਮਾਇਆ ਮਿਲੀ ਨਾ ਰਾਮ। ਨੇ ਦੁਬਦਾ 'ਚ ਦੋਵੇਂ ਚਲੇ ਗਏ। ਦੋ ਚਿੱਤੀ ਦੇ ਵਿੱਚ ਕਦੇ ਵੀ ਕੁਝ ਪ੍ਰਾਪਤ ਨਹੀਂ ਹੁੰਦਾ। ਪੂਰੀ ਇਕਾਗਰਤਾ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਭਾਵੇਂ ਜਪਜੀ ਸਾਹਿਬ ਦਾ ਪਾਠ ਹੀ ਕਰ ਲਓ। ਜੇ ਟਾਈਮ ਨਹੀਂ ਨਾ ਹੈ, ਇਹ ਕੋਈ ਜ਼ਰੂਰੀ ਨਹੀਂ ਹੈ, ਭਾਵੇਂ ਜਪਜੀ ਸਾਹਿਬ ਦਾ ਹੀ ਕਰ ਲਓ, ਪਰ ਕਰੋ ਆਰਾਮ ਨਾਲ, ਉਹਨੂੰ ਪੂਰੇ ਟਿਕਾ ਨਾਲ, ਇਕਾਗਰਤਾ ਨਾਲ, ਜਿੰਨਾ ਚਿਰ ਅਸੀਂ ਬੈਠ ਸਕਦੇ ਹਾਂ। ਅਤੇ ਜੇ ਅਸੀਂ ਬੱਧੇ ਚੱਟੀ ਭਰ ਰਹੇ ਹਾਂ ਫਿਰ ਕੋਈ ਫਾਇਦਾ ਨਹੀਂ, ਫਿਰ ਤੇ ਮਾਰੇ ਕਹਿੰਦੇ ਆਹ ਹਾਲ ਹੋਏਗਾ, ਫਿਰ ਤੇ ਖੱਜਲ ਖੁਆਰੀ ਹੈ। ਹਾਂਜੀ। ਮਹੱਲਾ ਤੀਜਾ। ਮਹੱਲਾ ਤੀਜਾ। ਪ੍ਰਿਉ ਪ੍ਰਿਉ ਕਰਤੀ ਸਭ ਜਗ ਫਿਰੀ, ਪ੍ਰਿਉ ਪ੍ਰਿਉ ਕਰਤੀ ਸਭ ਜਗ ਫਿਰੀ। ਮੇਰੀ ਪਿਆਸ ਨਾ ਜਾਏ, ਮੇਰੀ ਪਿਆਸ ਨਾ ਜਾਏ। ਨਾਨਕ ਸਤਿਗੁਰ ਮਿਲਿਆ ਮੇਰੀ ਪਿਆਸ ਗਈ, ਨਾਨਕ ਸਤਿਗੁਰ ਮਿਲਿਆ ਮੇਰੀ ਪਿਆਸ ਗਈ। ਫਿਰ ਪਾਇਆ ਕਰ ਆਏ। ਮਹੱਲਾ ਤੀਜਾ। ਪ੍ਰਿਉ ਪ੍ਰਿਉ ਕਰਤੀ ਸਭ ਜਗ ਫਿਰੀ,
मेरी प्यास न जाए। बाबा अमरदास जी 20 साल लगातार देवियां ਦੇ ਚਾਲਿਆਂ ਤੇ ਜਾਂਦੇ ਰਹੇ, ਵੱਖ-ਵੱਖ ਤੀਰਥਾਂ ਤੇ ਜਾਂਦੇ ਰਹੇ। ਉਹਨਾਂ ਦਾ ਸ਼ਬਦ ਪੜ੍ਹਦੇ ਪਏ ਆ। ਉਹਨੇ ਆਪਣੀ ਜ਼ਿੰਦਗੀ ਨਾਲ ਇਹ ਚੀਜ਼ ਨੂੰ ਦੱਸਿਆ ਕਿ ਮੈਂ ਉਸ ਪਿਆਰੇ ਦੇ ਪਿਆਸ ਲਈ ਪ੍ਰਿਓ ਕਰਦੀ, ਉਸ ਪਿਆਰੇ ਨੂੰ ਯਾਦ ਕਰਦੀ। ਸਭ ਜਗ ਫਿਰੀ, ਸਾਰੇ ਸੰਸਾਰ 'ਚ ਘੁੰਮੇ ਆ, ਪਰ ਮੇਰੀ ਅੰਦਰੋਂ ਪਿਆਸ ਨਾ ਗਈ, ਅੰਦਰੋਂ ਪਿਆਸ ਨਾ ਗਈ। ਨਾਨਕ ਸਤਿਗੁਰ ਮਿਲਿਆ ਮੇਰੀ ਪਿਆਸ ਗਈ। ਗੁਰੂ ਅਮਰਦਾਸ ਜੀ ਮੈਂ ਕਹਿੰਦੇ ਜਦੋਂ ਮੈਂ ਸਤਿਗੁਰੂ ਨੂੰ ਮਿਲਿਆ, ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸਨਮੁਖ ਹੋਇਆ, ਬਾਣੀ ਨਾਲ ਜੁੜਿਆ, ਬਾਣੀ ਨਾਲ ਜੁੜਿਆ ਆਪਣੀ ਨੂੰਹ ਕੋਲੋਂ। ਬਾਬਾ ਅਮਰਦਾਸ ਜੀ ਹੁਣ ਸਵੇਰੇ ਅੰਮ੍ਰਿਤ ਵੇਲੇ ਬਾਣੀ ਪੜ੍ਹ ਰਹੀ ਹੈ ਬੀਬੀ, ਤੇ ਆਪਣੀ ਨੂੰਹ ਨੂੰ ਪੁੱਛਿਆ ਕਿ ਬੇਟਾ ਜੀ ਇਹ ਜਿਹੜੀ ਤੁਸੀਂ ਬਾਣੀ ਪੜ੍ਹਦੇ ਹੋ, ਇਹ ਸੁਣ ਕੇ ਮੇਰੇ ਮਨ ਨੂੰ ਠੰਡ ਲੱਗੀ, ਮੇਰਾ ਮਨ ਸ਼ਾਂਤ ਹੋ ਗਿਆ। ਇਹ ਬਾਣੀ ਜਿਹੜੀ ਹੈ ਕਿਹਨਾਂ ਦੀ? ਉਹਨਾਂ ਨੇ ਕਿਹਾ ਕਿ ਮੇਰੇ ਪਿਤਾ। ਇਹ ਬਾਣੀ ਜਿਹੜੀ ਹੈ ਗੁਰੂ ਨਾਨਕ ਪਾਤਸ਼ਾਹ ਦੀ। ਅੱਜ ਕੱਲ੍ਹ ਮੇਰੇ ਪਿਤਾ ਜੀ ਉੱਥੇ ਮੌਜੂਦ ਨੇ ਉਸ ਗੱਦੀ ਦੇ ਉੱਤੇ, ਬੇਟਾ ਮੈਂ ਹੁਣੇ ਹੀ ਮਿਲਣਾ ਚਾਹੁੰਦਾ। ਹੁਣ ਬਹੁਤੇ ਲੋਕ ਸਵਾਲ ਕਰਦੇ ਨੇ ਇਹ ਕਰਦਾ ਕਿ ਕੀ ਗੁਰੂ ਅਮਰਦਾਸ ਜੀ ਨੂੰ ਪਤਾ ਨਹੀਂ ਸੀ ਕਿ ਉਹ ਸਾਡੇ ਕੁੜਮ ਨੇ? ਮੈਨੂੰ ਕਿਸੇ ਨੇ ਸਵਾਲ ਕੀਤਾ ਇਸ ਗੱਲ ਦਾ ਕਿ ਕੀ ਉਹਨਾਂ ਨੂੰ ਪਤਾ ਨਹੀਂ ਸੀ ਕਿ ਉਹ ਸਾਡੇ ਕੁੜਮ ਨੇ? ਇਹ ਗੱਲ ਆਪਾਂ ਸਾਰੇ ਜਾਣਦੇ ਹਾਂ। ਬਾਸਰ ਕੇ ਤੇ ਕਰਤਾਰਪੁਰ ਵਿੱਚ ਬਹੁਤਾ ਲੰਬਾ ਫਰਕ ਨਹੀਂ ਹੈ, ਨੇੜੇ ਹੀ ਨੇ ਉਧਰ। ਪਰ ਗੁਰੂ ਨਾਨਕ ਪਾਤਸ਼ਾਹ ਤੇ ਗੁਰੂ ਅਮਰਦਾਸ ਜੀ ਮਹਾਰਾਜ ਮਿਲ ਨਹੀਂ ਸਕੇ। ਕਿਉਂ? ਕਿਉਂਕਿ ਗੁਰੂ ਨਾਨਕ ਪਾਤਸ਼ਾਹ ਵੀ ਬਾਹਰ ਹੀ ਰਹੇ ਨੇ ਤੇ ਬਾਬਾ ਵੀ ਚਾਲਿਆਂ 'ਤੇ ਤੁਰਿਆ ਰਹਿੰਦਾ ਸੀ, ਇਸ ਕਰਕੇ ਮਿਲਾਪ ਹੀ ਨਹੀਂ ਹੋਇਆ। ਸੁਰਤੀ ਬਿਰਤੀ ਇੱਧਰ ਹੈ ਨਹੀਂ ਸੀ ਇਹਨਾਂ ਦੀ ਵੀ ਕੌਣ ਸਾਡਾ ਕੁੜਮ ਹੈ, ਕੌਣ ਸਾਡਾ ਜਵਾਈ ਹੈ, ਬਹੁਤਾ ਲੈਣਾ ਦੇਣਾ ਨਹੀਂ ਸੀ ਰੱਖਦੇ। ਸਿਰਫ ਧਿਆਨ ਜਿਹੜਾ ਸੀ ਉਹ ਪੂਰੀ ਧਾਰਮਿਕਤਾ ਵਾਲਾ ਸੀ, ਪਰ ਅੰਦਰ ਚਾਹ ਸੀ, ਇੱਕ ਖਿੱਚ ਸੀ ਉਸ ਪਿਆਸ ਦੀ, ਕਿਉਂਕਿ ਜਿਹਦੇ ਅੰਦਰ ਪਿਆਸ ਹੋਏਗੀ ਉਹ ਖਿੱਚ ਹੋਏਗੀ। ਉਹ ਖਿੱਚ ਕਰਕੇ ਉਹਨਾਂ ਨੇ ਕਿਹਾ ਕਿ ਮੈਨੂੰ ਨਹੀਂ ਪਤਾ, ਮੈਂ ਤਾਂ ਅੱਜ ਹੀ ਜਾਣਾ ਹੈ। ਇਹ ਆਪਾਂ ਜਾਣਦੇ ਬਾਕੀ ਕਥਾ ਸਾਰੀ। ਉਦੋਂ ਜਾ ਕੇ ਜਦੋਂ ਮਿਲੇ ਫਿਰ ਉੱਥੇ ਕਹਿੰਦੇ ਮੈਂ ਕੁੜਮ ਬਣ ਕੇ ਨਹੀਂ ਆਇਆ, ਮੈਂ ਸੇਵਕ ਬਣ ਕੇ ਆਇਆ। ਮੈਂ ਤੁਹਾਡਾ ਕੁੜਮ ਬਣ ਕੇ ਨਹੀਂ ਆਇਆ ਇੱਥੇ, ਮੈਂ ਤਾਂ ਸੇਵਕ ਬਣ ਕੇ ਆਇਆ। ਮੈਂ ਚਾਹੁੰਦਾ ਕਿ ਮੈਂ ਇਹ ਬਾਣੀ ਦਾ ਅਧਿਐਨ ਕਰਾਂ। ਅਤੇ ਮਹਾਰਾਜ ਨੇ ਉੱਥੇ ਰਹਿ ਕੇ ਆਪਾਂ ਬਾਕੀ ਸਾਰੇ ਜਾਣਦੇ ਹਾਂ 11 ਸਾਲ ਲਗਾਤਾਰ ਸੇਵਾ ਕੀਤੀ ਮਹਾਰਾਜ ਨੇ। ਅਤੇ ਮੈਂ ਕਹਿੰਦਾ ਸਤਿਗੁਰੂ ਨੂੰ ਮਿਲਣ ਨਾਲ ਹੀ ਨਾਨਕ ਸਤਿਗੁਰੂ ਮਿਲਿਆ ਮੇਰੀ ਪਿਆਸ ਗਈ, ਅੰਦਰਲੀ ਪਿਆਸ ਨਿਕਲ ਗਈ ਅੰਦਰ। ਹੁਣ ਕਿਸੇ ਕਿਸਮ ਦੀ ਕੋਈ ਪਿਆਸ ਨਹੀਂ ਹੈ, ਤ੍ਰੇ ਨਹੀਂ ਹੈ, ਇੱਛਾ ਨਹੀਂ ਹੈ। ਫਿਰ ਪਾਇਆ ਘਰ ਆਏ, ਕਿ ਉਸ ਮਾਲਕ ਨੂੰ ਆਪਣੇ ਨਿੱਜ ਘਰ ਵਿੱਚ ਆਣ ਪਾਇਆ। ਹੁਣ ਦੌੜ ਭੱਜ ਮੁੱਕ ਗਈ, ਹੁਣ ਕਿਤੇ ਨਹੀਂ ਜਾਣਾ ਪਿਆ ਸਾਨੂੰ। ਹਾਂਜੀ। ਪੌੜੀ ਪੌੜੀ ਆਪੇ ਤੰਤ ਪਰਮ ਤੰਤ ਸਭ ਆਪੇ। ਆਪੇ ਤੰਤ ਪਰਮ ਤੰਤ ਸਭ ਆਪੇ। ਆਪੇ ਠਾਕੁਰ ਦਾਸ ਭਇਆ। ਆਪੇ ਠਾਕੁਰ ਦਾਸ ਭਇਆ। ਆਪੇ 10 ਵਰਨ ਉਪਾਇਨ। ਆਪੇ 10 ਵਰਨ ਉਪਾਇਨ। ਆਪ ਬ੍ਰਹਮ ਆਪ ਰਾਜ ਲਿਆ। ਆਪ ਬ੍ਰਹਮ ਆਪ ਰਾਜ ਲਿਆ। ਪੌੜੀ ਆਪੇ ਤੰਤ ਪਰਮ ਤੰਤ ਸਭ ਆਪੇ। ਆਪੇ ਠਾਕੁਰ ਉਦਾਸ ਭਇਆ। ਮਹਾਰਾਜ ਕਹਿੰਦੇ ਕਿ ਹਰੀ ਆਪ ਹੀ ਪ੍ਰਮਾਤਮਾ ਪ੍ਰਭੂ ਤਤ ਵਸਤੂ ਹੈ। ਉਹ ਤੱਤਾਂ ਦਾ ਨਿਚੋੜ ਹੈ ਆਪ। ਆਪੇ ਠਾਕੁਰ ਮਾਲਕ ਵੀ ਆਪ ਹੈ, ਸੇਵਕ ਵੀ ਆਪ ਹੈ। ਆਪੇ 10 ਵਰਨ ਉਪਾਇਨ। ਆਪ ਬ੍ਰਹਮ ਆਪ ਰਾਜ ਲਿਆ। ਮਹਾਰਾਜ ਕਹਿੰਦੇ 18 ਵਰਨ ਪੈਦਾ ਕਰਨ ਵਾਲਾ ਵੀ ਉਹ ਆਪ ਹੀ। ਬ੍ਰਾਹਮਣ ਖੱਤਰੀ ਵੈਸ਼ ਸ਼ੂਦ, ਅੱਗੋਂ ਉਹਨਾਂ ਦੀ ਸੰਤਾਨ, ਉਹਨਾਂ ਦੀ ਇਸਤਰੀਆਂ ਤੋਂ ਸੰਤਾਨ ਹੋਏ ਜਿਹੜੇ ਸ਼ੂਦਰ, ਇਹ ਸਾਰੇ ਟੋਟਲ ਨੇ ਜਿਹੜੇ ਇਹ 18 ਬਣਦੇ ਨੇ ਵੇਦਾਂ ਦੇ ਮੁਤਾਬਕ। ਕਹਿੰਦੇ ਇਹ ਬਣਾਉਣ ਵਾਲਾ ਵੀ ਉਹ ਆਪ ਹੈ ਅਤੇ ਸਾਰੀ ਸ੍ਰਿਸ਼ਟੀ ਦਾ ਰਾਜ ਕਰਨ ਵਾਲਾ ਵੀ ਆਪ ਹੈ ਅਤੇ ਬ੍ਰਹਮ ਵੀ ਉਹ ਆਪ ਹੈ। ਇਹ ਸਾਰੇ ਬ੍ਰਹਿਮੰਡ ਨੂੰ ਚਲਾਉਣ ਵਾਲਾ ਬ੍ਰਹਮ, ਉਹਦਾ ਗਿਆਨ, ਉਹਦਾ ਨੌਲੇਜ ਰੱਖਣ ਵਾਲਾ ਵਾਹਿਗੁਰੂ ਅਕਾਲ ਪੁਰਖ ਆਪ ਹੀ ਹੈ।
ਭਾਵ ਹੋਰ ਕੋਈ ਨਹੀਂ ਹੈ ਦੂਜਾ। ਹਾਂਜੀ। ਆਪੇ ਮਾਰੇ ਆਪੇ ਛੋੜੈ, ਆਪੇ ਮਾਰੇ ਆਪੇ ਛੋੜੈ, ਆਪੇ ਬਖਸ਼ੇ ਕਰੇ ਦਇਆ, ਆਪੇ ਬਖਸ਼ੇ ਕਰੇ ਦਇਆ, ਆਪ ਭੁੱਲ ਨਾ ਭੁੱਲੈ ਕਬਹੀ, ਆਪ ਭੁੱਲ ਨਾ ਭੁੱਲੈ ਕਬਹੀ, ਸਭ ਸੱਚ ਤਪਾਵਸ ਸੱਚ ਥਿਆ, ਤਪਾਵਸ ਸੱਚ ਥਿਆ, ਆਪੇ ਜਿਨਾ 부ਝਾਏ ਗੁਰਮੁਖ, ਆਪੇ ਜਿਨਾ 부ਝਾਏ ਗੁਰਮੁਖ, ਤਿਨ ਅੰਦਰੋਂ ਦੂਜਾ ਭਰਮ ਗਿਆ, ਆਪੇ ਮਾਰੇ ਆਪੇ ਛੋੜੈ, ਆਪੇ ਬਖਸ਼ੇ ਕਰੇ ਦਇਆ। ਮਹਾਰਾਜ ਕਹਿੰਦੇ ਆਪੇ ਮਾਰਨ ਵਾਲਾ ਵੀ ਆਪ ਹੈ, ਛੱਡਣ ਵਾਲਾ ਵੀ ਆਪ ਹੈ, ਦਇਆਵਾਨ ਹੋ ਕੇ ਦਇਆ ਕਰਨ ਵਾਲਾ ਵੀ ਆਪ ਹੈ। ਆਪ ਅਭੁੱਲ ਨਾ ਭੁੱਲੈ ਕਬਹੀ, ਸਭ ਸੱਚ ਤਮਾਵਸ ਸੱਚ ਥਿਆ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾ। ਕਹਿੰਦੇ ਉਹ ਭੁੱਲਦਾ ਨਹੀਂ, ਅਸੀਂ ਭੁੱਲ ਜਾਂਦੇ ਹਾਂ। ਮਾਲਕ ਸਾਨੂੰ ਭੁੱਲਿਆ ਨਹੀਂ, ਉਹ ਸਾਨੂੰ ਵੇਖ ਰਿਹਾ। ਅਸੀਂ ਭਾਵੇਂ ਉਹਨੂੰ ਭੁੱਲੇ ਹੋਏ ਵਿਕਰਮ ਪੈ ਕਰੀ ਜਾਂਦੇ ਹਾਂ, ਅਸੀਂ ਕਹੀ ਜਾਂਦੇ ਕਿ ਦਿਖਾਓ ਰੱਬ ਕਿੱਥੇ ਹੈ, ਪਰ ਉਹ ਸਾਨੂੰ ਵੇਖ ਰਿਹਾ। ਇਹ ਭਰਮ ਭੁਲੇਖਾ ਪਾਲੀ ਬੈਠੇ ਹਾਂ ਅਸੀਂ। ਅੱਖਾਂ ਤੋਂ ਅੰਨੇ ਹੋਣ ਕਰਕੇ ਅਸੀਂ ਕਹਿੰਦੇ ਦਿਖਾਓ ਕਿੱਥੇ ਹੈ, ਕਿਉਂਕਿ ਅੱਖੀਆਂ ਨਹੀਂ ਹੈਗੀਆਂ। ਜਦੋਂ ਅੱਖਾਂ ਮਿਲਣਗੀਆਂ ਉੱਥੇ ਪ੍ਰਤੱਖ ਹੈ, ਹਾਜ਼ਰ ਨਾਜ਼ਰ ਹੈ, ਹਾਜ਼ਰ ਹਜ਼ੂਰ ਹੈ ਕਿ ਜ਼ਾਹਰ ਜ਼ਹੂਰ ਹੈ, ਤੇ ਹਾਜ਼ਰ ਨਾਜ਼ਰ ਹੈ ਹਮੇਸ਼ਾ। ਸੇ ਅੱਖੜੀਆਂ ਬਿਆਨ ਜਿੰਨੀ ਠਿੰਦੜੋ ਮਾਂ ਪੀ। ਜਿਸ ਦਿਨ ਉਸ ਗੁਰੂ ਵੱਲੋਂ ਉਹ ਅੱਖਾਂ ਬਖਸ਼ਿਸ਼ ਪਈਆਂ ਉੱਥੇ ਹਾਜ਼ਰ ਨਾਜ਼ਰ ਹੈ। ਤੇ ਮਹਾਰਾਜ ਕਹਿੰਦੇ ਆਪ ਭੁੱਲ ਨਾ ਭੁੱਲੇ ਕਭੀ, ਸੱਚ ਤਮਾਵਸ ਸੱਚ ਥਿਆ। ਉਹ ਨਹੀਂ ਭੁੱਲਦਾ, ਉਹਦਾ ਨਿਉ ਸੱਚ ਹੈ। ਉਹਦਾ ਨਿਉ ਜਿਹੜਾ ਹੈ ਨਾ ਉਹ ਸੱਚ ਹੈ ਹਮੇਸ਼ਾ। ਉੱਥੇ ਸੱਚੋ ਹੀ ਸੱਚ ਨਿਬੜੈ, ਤੁਨ ਵਕ ਕੱਢੈ ਜੇ ਜਮਾਲਿਆ, ਥਾਉ ਨ ਪਾਇਨ ਕੂੜਿਆਰ ਮੂੰਹ ਕਾਲੇ, ਦੋਜਕ ਚਾਲਿਆ। ਤੇਰੇ ਨਾਏ ਰੱਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲੇ। ਆਪੇ ਜਿਨਾ ਬੁਝਾਏ ਗੁਰਮੁਖ, ਤੈਨੇ ਅੰਦਰੋਂ ਦੂਜਾ ਭਰਮ ਗਿਆ। ਆਪ ਹੀ ਕਿਰਪਾ ਕਰਕੇ ਜਿਨ੍ਹਾਂ ਨੂੰ ਗੁਰੂ ਦੁਆਰਾ ਸਮਝਾ ਦਿੰਦਾ ਗੁਰਮੁਖ ਬਣਾ ਕੇ, ਤੇ ਮਹਾਰਾਜ ਕਹਿੰਦੇ ਉਹਨਾਂ ਦੇ ਅੰਦਰੋਂ ਦੂਜਾ ਭਾਵ ਭਰਮ ਭੁਲੇਖਾ ਕੁਝ ਵੀ ਨਾ ਰਿਹਾ ਉਹਨਾਂ ਅੰਦਰ। ਜਦੋਂ ਸਾਡੇ ਅੰਦਰੋਂ ਦੂਜਾ ਭਰਮ ਨਿਕਲ ਗਿਆ ਅੰਦਰੋਂ, ਤੇ ਮਹਾਰਾਜ ਕਹਿੰਦੇ ਫਿਰ ਉਹ ਪ੍ਰਮਾਤਮਾ ਸਾਹਮਣੇ, ਸਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ, ਉੱਥੇ ਪ੍ਰਤੱਖ ਹੈ, ਹਾਜ਼ਰ ਨਾਜ਼ਰ ਹੈ। ਆਓ ਗੁਰੂ ਅੱਗੇ ਅਰਦਾਸ ਕਰੀਏ, ਸੱਚੇ ਪਾਤਸ਼ਾਹ ਸਾਡੇ 'ਤੇ ਵੀ ਕਿਰਪਾ ਕਰ, ਦਇਆ ਕਰ, ਸਾਡੇ ਅੰਦਰੋਂ ਇਹ ਭਰਮ, ਇਹ ਦੂਜਾ ਭਾਵ ਨਿਕਲ ਜਾਏ, ਤਾਂ ਕਿ ਸਾਨੂੰ ਇਹ ਅੱਖਾਂ ਮਿਲ ਜਾਣ, ਅਸੀਂ ਤੇਰੇ ਦਰਸ਼ਨ ਕਰ ਸਕੀਏ। ਹੋਈਆਂ ਭੁੱਲਾਂ ਦੀ ਖਿਮਾ ਮੰਗਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। मेरे राम हम बारक हर प्रभ के हैं ए आणे, हम बारक हर प्रभ के हैं ए आणे।